दाते मेरा गुण अवगण ना बिचारो कोई, माटी का क्या तो पैसा भी, मानस की गत है, मानस की गत है। पूता माता की आशीष, निमक ना बिसरो तुमको हर हर, सदा भजो जगदीश। गुरु साहिब जी दी पावन पवित्र गोद विच जुड़ बैठे सत्संगी जनों, अपने कीमती समय नूं होर कीमती बनावण दी हिरदे विच लालसा धार के इस वक्त आपां गुरुआं दे गुरु, महान गुरु, पीरां दे पीर, बाबियां दे बाबे, बाबे बाबे कार हाजर दे दारे हाजर, नाजर सतगुरु दे दारे पाकस कासवी इशराज, यारे बेबसा मोहब्बत दे चश्मे, मोहब्बत दे चश्मे सरवरे कायनात, साहिबे करम साहिबे दिलबत, रमज इलाही इशरा इलाही, दीन दुनिया दे पातशाह, दीन दुनिया दे साहिब, सिफ्त सालाही अफगाजी पातशाह, पातशाही आलम, चस्कीन दे सागर, रबल अमीन, शहनशाह हर्जे आलम, दारुल आलम, कायनात गुलजार, रहमत रहनुमाया, संत हकीकी, इश्क हकीकी, अलबेले प्रीतम मस्तानी मखमूर, सतसंगियां दे मान सरोवर, खालसा पंथ दे सरप्रस्त, शब्द गुर पीरा गहर गंभीरा, तुर की बाणी आई तिन सकली चिंत मिटाई, धन धन साहिब श्री गुरु ग्रंथ साहिब जी दी रहममई, दयामई, किरपामई, सुखमई गोद विच जुड़ बैठे सतसंगी जन, अपने मन दी ते तन दा सुमेल करिए। गुरु साहब जी फुरमान करते ने बड़ा सुंदर, सावधान एकाग्र चित, सावधान हो के अपने मन नूं गुरु दे चरणों में जोड़ के ते गुरु साहब जी वालों बख्शी फतेह दी सांझी करियो। फतेह गज वज के बोला वाहिगुरु जी का खालसा, वाहिगुरु जी की फतेह। गुरु सवारियो, गुरु प्यारियो, गुरमुख परिवार ते बड़ी कृपा कीती है। भाई साहब जी शब्द पढ़ रहे सन, कृपा करो दीन के दाते, मेरा गुण अवगण ना बिचारो कोई। गुरमुख परिवार ते बड़ी कृपा कीती है, वो अपने बच्चे दे जे जन्म देने आ, उस प्रथाए अपनी खुशी गुरु दे चरणों में निशावर की, आप जुड़े ने ते नाले साध संगत नूं जोड़िया है, लंगर पानी का प्रबंध किया। ख्याल करना मनुख सिख दे घर विच कोई गमी होवे जां खुशी होवे, किस तरह का भी मौका आवे,
ਉਹ ਗੁਰੂ ਦੇ ਚਰਨਾਂ 'ਚ ਜੁੜਦਾ ਹੈ। ਇਸ ਦਾ ਭਾਵ ਇਹ ਵੀ ਹੈ, ਜਿਸ ਪਰ ਥਾਏ ਵੀ ਜੁੜੀਏ ਤੇ ਜੁੜਨਾ ਅਸੀਂ ਆਨੰਦ ਬਾਣੀ ਨਾਲ ਹੈ। ਜੁੜਨਾ ਅਸੀਂ ਗੁਰੂ ਕੀ ਦੇਗ ਨਾਲ ਹੈ। ਚਾਹੇ ਗਮੀ ਹੋਵੇ ਜਾਂ ਖੁਸ਼ੀ ਹੋਵੇ, ਤੇ ਸਿੱਖ ਦੇ ਘਰ ਜਦੋਂ ਗੁਰੂ ਦੇ ਚਰਨਾਂ 'ਚ ਆਂਦਾ ਹੈ, ਪੰਚਾਂ ਮਈਕੜਾ ਪ੍ਰਸ਼ਾਦ ਦੀ ਦੇਗ ਪ੍ਰਵਾਨ ਹੁੰਦੀ ਹੈ, ਆਨੰਦ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਦੋਨਾਂ ਅਵਸਥਾ ਵਿੱਚ ਸਿੱਖ ਬਰਾਬਰ ਰਹਿੰਦਾ ਹੈ। ਔਰ ਸਾਡਾ ਫਰਜ਼ ਬਣਦਾ ਹੈ, ਜਿਹੜੀ ਗੁਰੂ ਨੇ ਸਾਨੂੰ ਦਾਤ ਬਖਸ਼ਿਸ਼ ਕੀਤੀ ਹੈ, ਜਿਹੜੀਆਂ ਸਾਨੇ ਗੁਰੂ ਸਾਹਿਬ ਜੀ ਨੇ ਸਾਡੇ ਘਰ ਵਿੱਚ ਲਹਿਰਾਂ ਬਹਿਰਾਂ ਲਾਈਆਂ ਆ, ਇਹ ਬਿਕੋਜ਼ ਆਫ ਗੁਰੂ, ਇਹ ਗੁਰੂ ਦੀ ਕਿਰਪਾ ਸਦਕਾ ਹੈ। ਹੁਣ ਬਹੁਤਾਤ ਵਿੱਚ ਕੀ ਹੁੰਦਾ ਹੈ ਅੱਜ ਦੇ ਜ਼ਮਾਨੇ ਵਿੱਚ? ਦਾਤ ਪਿਆਰੀ ਵਿਸਰਿਆ ਦਾਤਾਰ ਹੈ। ਬਹੁਤਾਤ ਵਿੱਚ ਐਸਾ ਹੈ, ਕੋਈ ਗੁਰਮੁਖ ਪਿਆਰਾ ਹੈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ, ਜੋ ਗੁਰੂ ਦੇ ਚਰਨਾਂ ਵਿੱਚ ਆਪਣੇ ਐਸੇ ਮੌਕੇ, ਐਸੇ ਜਿਹੜੇ ਦਿਨ ਦਿਹਾੜੇ ਨੇ ਆਪਣੇ ਬੱਚਿਆਂ ਦੇ, ਆਪਣੇ ਗੁਰੂਆਂ ਦੇ, ਜੋ ਗੁਰੂ ਦੇ ਚਰਨਾਂ ਵਿੱਚ ਗੁਰੂ ਨੂੰ ਸਮਰਪਿਤ ਕਰਦੇ ਨੇ। ਤੇ ਲੋਕਾਈਆਂ ਦਾ ਜਿਹੜਾ ਅੱਜ ਦਾ ਸਮਾਂ ਦੌਰ ਚੱਲ ਰਿਹਾ ਹੈ, ਤੇ ਉਹ ਆਪਣੀ ਖੁਸ਼ੀ ਨੂੰ ਪਤਾ ਨਹੀਂ ਕਿੱਥੇ ਕਿੱਥੇ ਸਮਰਪਿਤ ਕਰਦੇ ਔਰ ਕਿਸ ਤਰੀਕੇ ਨਾਲ ਸਮਰਪਿਤ ਕਰਦੇ। ਅੱਜ ਕੱਲ ਡਿਜੀਟਲ ਜ਼ਮਾਨਾ ਹੈ, ਸਾਰਿਆਂ ਕੋਲ ਐਂਡਰੋਇਡ ਫੋਨ ਹੈਗਾ, ਪੂਰੇ ਸੰਸਾਰ ਨਾਲ ਮਨੁੱਖ ਜੁੜਿਆ ਹੈ। ਕਿਸੇ ਵੀ ਕੋਨੇ ਵਿੱਚ ਕੋਈ ਛੋਟੀ ਮੋਟੀ ਘਟਨਾ ਹੋ ਜਾਏ ਤੇ ਪੂਰੇ ਸੰਸਾਰ ਵਿੱਚ ਮਿੰਟਾਂ ਸਕਿੰਟਾਂ 'ਚ ਉਹ ਖਿਲਰ ਜਾਂਦੀ ਹੈ। ਬੜੀ ਚੰਗੀ ਗੱਲ ਵੀ ਹੈ। ਕਈ ਵਾਰੀ ਅਸੀਂ ਦੇਖੀਦਾ ਹੈ YouTube ਤੇ ਜਾਂ ਕੁਝ ਇਹੋ ਜਿਹੀਆਂ ਵੀਡੀਓਜ਼ ਆਉਂਦੀਆਂ, ਕਿਸੇ ਬੱਚੇ ਦਾ ਜਨਮ ਦਿਨ ਹੋਵੇ ਨਾ, ਉਹ ਕੀ ਕਰਦੇ ਨੇ, ਸਾਰੇ ਇਕੱਠੇ ਹੋ ਜਾਂਦੇ ਨੇ ਤੇ 25-30 ਕੇਕ ਲੈ ਕੇ ਵਿਛਾ ਲੈਂਦੇ ਆ ਜੀ। ਦੇਖੋ ਕੈਸਾ ਗੁਰੂ ਨੇ ਮੱਤ ਤੇ ਪਰਦਾ ਪਾ ਦਿੱਤਾ ਸਾਡੀ ਯੂਥ ਤੇ, ਔਰ ਉਹਦੇ ਵਿੱਚ ਅਸੀਂ ਵੀ ਸ਼ਾਮਲ ਨੇ। ਉਹ ਕੀ ਕਰਦੇ ਨੇ, 25-30 ਕੇਕ ਲੈ ਆਉਂਦੇ। ਕੇਕ ਅੱਜ ਆਪਾਂ ਲੈਣ ਜਾਈਏ, ਇੱਕ ਡਜ਼ਨ ਮੈਟਰ ਵੀ ਕਿੰਨੇ ਦਾ ਆਉਂਦਾ ਕੇਕ, ਤੇ ਪ੍ਰਸ਼ਾਦਾ ਤੇ ਹੈ ਹੀ ਹੈ ਨਾ, ਭੋਜਨ ਤੇ ਹੈ ਹੀ ਹੈ ਨਾ। ਉਹ 25-30 ਕੇਕ ਹੁੰਦੇ ਆ, ਤੇ ਜਦੋਂ ਬਰਥਡੇ ਮਨ ਸੈਲੀਬ੍ਰੇਟ ਕਰਦੇ, ਉਹ ਚੁੱਕ ਕੇ ਕੇਕ ਉਹਨੂੰ ਨਵਾ ਕੇ ਇੱਕ ਨਾਲ ਹੀ ਨਵਾ ਦਿੰਦੇ ਨੇ, ਕਦੀ ਮੂੰਹ ਤੇ ਮਲ ਦਿੰਦੇ, ਕਿ ਇੱਕ ਦੂਸਰੇ ਤੇ ਮਲੀ ਜਾਂਦੇ ਆ, ਖਲਾਰਾ ਪਾ ਦਿੰਦੇ ਆ। ਇਹ ਦੱਸੋ ਇਹ ਚੰਗੀ ਗੱਲ ਹੈ? ਇੱਕ ਪਾਸੇ ਲੋਕਾਈ ਐਸੀ ਹੈ ਜਿਹਨੂੰ ਇੱਕ ਦਾਣੇ ਤੋਂ ਤਰਸ ਰਹੀ ਨੇ, ਔਰ ਸਾਡੀ ਜਿਹੜੀ ਜਨਤਾ, ਸਾਡੇ ਜਿਹੜੇ ਯੂਥ ਹੈ ਜਿਹੜੇ, ਉਹਨਾਂ 'ਚ ਅਸੀਂ ਵੀ ਸ਼ਾਮਲ ਹਾਂ। ਐਸੇ ਕਾਰਜ ਕਰਨਗੇ ਕਿ ਵੀ ਕੇਕਾਂ ਨਾਲ ਹੀ ਬੱਚੇ ਨੂੰ ਨਵਾ ਦਿੰਦੇ ਨੇ। ਵੱਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ ਕੇਕਾਂ ਨਾਲ ਨਵਾ ਦਿੰਦੇ। ਅੱਜ ਬਾਪੂ ਦਾ ਜਨਮ ਹੈ ਜੀ, 25ਵਾਂ ਸਾਡੀ ਸਾਲਗਿਰਾ ਜੀ, 25 ਕੇਕ ਲੈ ਆਓ। ਸਾਧ ਸੰਗਤ ਜੀ, ਇਹ ਜਿਹੜੀਆਂ ਗੱਲਾਂ ਹੈ ਛੋਟੀਆਂ ਨੇ, ਲੇਕਿਨ ਜਦੋਂ ਇਹਨਾਂ ਦੇ ਵਿਸਤਾਰ ਵਿੱਚ ਜਾਈਏ, ਇਹਨਾਂ ਡੂੰਘਾਈ ਵਿੱਚ ਜਾਈਏ, ਤੇ ਸਾਡੇ ਸਮਾਜ ਵਿੱਚ ਇਹ ਵਰਤੋਂ ਵਾਲੀਆਂ ਚੀਜ਼ਾਂ ਨਹੀਂ। ਇੱਕ ਮੈਂ ਅਵਿਸ਼ਾ ਆਈ ਹਾਂ ਜਨਮ ਦਿਨ ਦਾ, ਕਿ ਆਪਾਂ ਥੋੜੀ ਜਿਹੀ ਵਿਚਾਰ ਕਰਨੀ। ਇੱਕ ਬੱਚੇ ਦਾ, ਕਿਸੇ ਦਾ ਜਨਮ ਦਿਨ, ਬਹੁਤਾਤ ਵਿੱਚ ਕੀ ਹੈ ਕਿ ਮੰਮੀ ਥੋੜਾ ਬੇਕਰੀ ਤੋਂ ਰਿਲੇਟਡ ਹੈਗਾ, ਸਾਡੀ ਬੇਕਰੀ ਹੈ, ਉਹਦੇ ਵਿੱਚ ਜਦੋਂ ਕੇਕ ਬਣਦਾ ਉਹਦੇ ਵਿੱਚ ਇੱਕ ਡੰਡੀ ਗੱਡੀ ਜਾਂਦੀ ਹੈ, ਇੱਕ ਤੀਲਾ ਹੁੰਦਾ, ਉਹਦੇ ਵਿੱਚ ਗੱਡੀ ਜਾਂਦੀ ਤੇ ਟੌਪਿੰਗ ਕੀਤੀ ਜਾਂਦੀ ਹੈ। ਉਹ ਦਿਖਾਈ ਨਹੀਂ ਦਿੰਦੀ, ਜਦੋਂ ਕਟਿੰਗ ਕਰੀਏ ਕੇਕ ਤੇ ਉਹਦੇ ਵਿੱਚੋਂ ਨਿਕਲਦੀ ਹੈ। ਹੋਇਆ ਕਿ ਉਹ ਛੋਟਾ ਬੱਚਾ, ਉਹ ਜਦੋਂ ਕੇਕ ਕੱਟਣ ਲੱਗਾ ਤੇ ਸ਼ਰਾਰਤ ਤੇ ਪਹਿਲਾਂ ਹੀ ਸੁੱਜੀ ਸੀ ਵੀ ਆਹ ਸ਼ਰਾਰਤ ਆਪਾਂ ਕਰਨੀ। ਪਿੱਛੇ ਬੰਦਾ ਖੜਾ, ਉਹਨੇ ਬੱਚੇ ਦੇ ਸਿਰ ਨੂੰ ਹੱਥ ਲਾਇਆ, ਕੇਕ ਦੇ ਵਿੱਚ ਉਹਦਾ ਮੂੰਹ ਡੱਬ ਦਿੱਤਾ। ਉਹ ਜਿਹੜਾ ਤੀਲਾ ਸੀ ਨਾ, ਉਹ ਉਹਦਾ ਸਿੱਧਾ ਅੱਖ 'ਚ ਵੱਜ ਗਿਆ। ਹੁਣ ਦੇਖੋ, ਖੁਸ਼ੀ ਦੇ ਸਮੇਂ ਵਿੱਚ ਖੁਸ਼ੀ ਵੀ ਮਨਾਉਣ ਲੱਗਿਆ ਬੰਦੇ ਨੂੰ ਸੁਚੇਤ ਹੋਣਾ ਚਾਹੀਦਾ ਵੀ ਮੈਂ ਖੁਸ਼ੀ ਮਨਾਉਣ ਲੱਗਾ ਹਾਂ। ਕਦੀ ਖੁਸ਼ੀ ਦੇ ਵਿੱਚ ਵੀ ਐਸਾ ਕਾਰਨ ਨਾ ਹੋ ਜਾਵੇ ਵੀ ਖੁਸ਼ੀ ਮਨਾਉਂਦਿਆਂ ਸਾਡਾ ਜਿਹੜਾ ਖੁਸ਼ੀ ਦਾ ਪਲ ਹੈ ਕਿਤੇ ਗਮੀ ਵਿੱਚ ਨਾ ਬਦਲ ਜਾਏ, ਉਹ ਬੱਚੇ ਦੀ ਅੱਖ ਜਮਾਂ ਹੀ ਚਲੇ ਗਈ। ਐਸਾ ਸਾਡਾ ਮਨਾਇਆ ਜਨਮ ਦਿਨ ਕਿ ਵੀ ਬੱਚੇ ਦੀ ਜ਼ਿੰਦਗੀ ਖਰਾਬ ਕਰਦੀ, ਉਹ ਵਾਜਬ ਹੈ?
ਕੇਕਾਂ ਨੂੰ 25 30 ਕੇਕ ਬੱਚੇ ਦੇ, ਉਹ ਜਿਸ ਦਾ ਜਨਮ ਦਿਨ ਆ, ਬਰਥਡੇ ਬॉय ਦਾ, ਉਹਨੂੰ ਮਲ ਦੇਣਾ, ਨਵਾ ਦੇਣਾ, ਵੇਸਟ ਕਰ ਦੇਣਾ। ਕੀ ਇਹ ਖੁਸ਼ੀ ਦੀ ਗੱਲ ਹੈ? ਔਰ ਐਸੇ ਵੀ ਸਾਰੇ ਨਹੀਂ, ਐਸੇ ਵੀ ਸੱਜਣ ਹੈਗੇ ਨੇ ਜਿਹੜੇ ਆਪਣਾ ਜਨਮ ਦਿਨ ਆਂਦਾ ਹੈ, ਅਨਾਥ ਆਸ਼ਰਮ ਜਾਂਦੇ ਨੇ, ਭੋਜਨ ਪ੍ਰਸ਼ਾਦਾ ਲੈ ਕੇ ਜਾਂਦੇ ਨੇ, ਉਹਨਾਂ ਬੱਚੇ ਨੂੰ ਛਕਾਉਂਦੇ ਨੇ। ਐਸੇ ਵੀ ਨਹੀਂ, ਸਾਰੇ ਨਹੀਂ, ਬਹੁਤਾਤ ਵਿੱਚ ਮੈਂ ਕਹਿ ਰਿਹਾ ਇਦਾਂ ਦਾ। ਔਰ ਸਭ ਤੋਂ ਵਧੀਆ ਤਰੀਕਾ ਤਾਂ ਆਈ ਹੈ ਨਾ, ਦੇਖੋ ਲੰਗਰ ਪਕਾਇਆ, ਸਭ ਨੇ ਲੰਗਰ ਵੀ ਛਕਿਆ, ਹੱਥਾਂ ਨਾਲ ਲੰਗਰ ਦੀ ਸੇਵਾ ਵੀ ਕੀਤੀ, ਫਿਰ ਬਾਣੀ ਵੀ ਸੁਣੀ। ਔਰ ਬਾਣੀ ਸੁਣਨਾ, ਸ਼ਬਦ ਸੁਣਨਾ, ਸ਼ਬਦ ਦਾ ਗਾਇਨ ਕਰਨਾ, ਇਹ ਵੀ ਸੇਵਾ ਆ। ਅਗਰ ਅਸੀਂ ਹੱਥਾਂ ਨਾਲ ਗੁਰੂ ਕੇ ਚਰਨਾਂ ਦੀ, ਲੰਗਰਾਂ ਦੀ ਸੇਵਾ ਕਰਦੇ, ਜੋੜਿਆਂ ਘੋੜਿਆਂ ਦੀ ਸੇਵਾ ਕਰਦੇ, ਮਨ ਨਾਲ ਬਾਣੀ ਸੁਣਨੀ, ਮਨ ਨਾਲ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ, ਇਹ ਵੀ ਸੇਵਾ ਆ। ਹੁਣ ਅਸੀਂ ਮਨ ਨੂੰ ਇਕਾਗਰ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜਨਾ ਹੈ। ਹੁਣ ਜਿਨ੍ਹਾਂ ਨੇ ਮਨ ਜੋੜ ਲਿਆ ਨਾ, ਜਿਨ੍ਹਾਂ ਨੇ ਤਨ ਜੋੜ ਲਿਆ ਨਾ ਸੇਵਾ ਨਾਲ, ਤੇ ਮਨ ਜੋੜ ਲਿਆ ਗੁਰੂ ਦੇ ਚਰਨਾਂ ਨਾਲ ਆ ਨਾ, ਤੇ ਉਹਨਾਂ ਦੇ ਪ੍ਰਥਾਏ ਬੜੀਆਂ ਸਾਖੀਆਂ ਨੇ। ਭਗਤਾਂ ਵੱਲ ਆਪਾਂ ਥੋੜਾ ਜਿਹਾ ਧਿਆਨ ਮਾਰੀਏ ਨਾ, ਜਿਨ੍ਹਾਂ ਨੇ ਭਗਤਾਂ ਨਾਲ ਗੁਰੂ ਉਸ ਪਰਿਪੂਰਨ ਪਰਮਾਤਮਾ ਨਾਲ ਪ੍ਰੀਤ ਸੀ ਨਾ, ਤੇ ਅੱਜ ਉਹਨਾਂ ਦੀਆਂ ਕਹਾਣੀਆਂ ਵੀ ਆਪਾਂ ਤਾਈਓ ਪਾਣੇ ਆ, ਬੱਚਿਆਂ ਨੂੰ ਸੁਣਾਉਂਦੇ ਆ। ਤਾਈਓ ਸ਼ਬਦ ਗੁਰੂ ਨੂੰ, ਉਸ ਸ਼ਬਦ ਬਾਣੀ ਨੂੰ, ਭਗਤਾਂ ਦੀ ਬਾਣੀ ਨੂੰ, ਜਿੰਨੇ ਵੀ ਭਗਤ ਆ, ਭੱਟ ਨੇ, ਆਪਾਂ ਉਹਨਾਂ ਦੀ ਬਾਣੀ ਨੂੰ ਮੱਥਾ ਟੇਕਦੇ ਹਾਂ, ਕਿਉਂਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਬਾਣੀ ਨੂੰ ਹੰਡਾਇਆ। ਆਪਣਾ ਜੀਵਨ ਬਾਣੀ ਦੇ ਅਨੁਸਾਰ ਉਹਨਾਂ ਨੇ ਆਪਣਾ ਬਤੀਤ ਕੀਤਾ। ਮੈਂ ਇੱਕ ਵਾਰੀ ਪਿੱਛੇ ਜਿਹੇ ਵੀ ਸਾਖੀ ਸੁਣਾਈ ਸੀ, ਪਿੱਛੇ ਜਿਹੇ ਵੀ ਗੱਲਾਂ ਕਰੀਆਂ ਸੀ ਵੀ ਅੱਜ ਜਿਹੜੇ ਬੱਚੇ ਆ ਨਾ ਸਾਡੇ, ਬੱਚਿਆਂ ਦਾ ਕੋਈ ਕਸੂਰ ਨਹੀਂ ਹੈ, ਜਾਂ ਤੇ ਬੱਚੇ ਦੇ ਦਾਦੇ ਦਾਦੀ ਦਾ, ਜਾਂ ਬੱਚੇ ਦੇ ਮਾਂ-ਬਾਪ ਦਾ। ਕਿਉਂਕਿ ਬੱਚਿਆਂ ਨੂੰ ਅਸੀਂ ਦੱਸਾਂਗੇ, ਦਾਦੇ ਦਾਦੀ ਦਾ ਫਰਜ਼ ਆ, ਮਾਂ-ਬਾਪ ਦਾ ਫਰਜ਼ ਆ। ਕਹਾਣੀਆਂ ਬਾਬਾਣੀਆਂ, ਕਹਾਣੀਆਂ ਪੁੱਤ ਸਪੁੱਤ ਕਰੇਨ। ਹੁਣ ਜਿਹੜੀਆਂ ਕਹਾਣੀਆਂ ਆ ਇਹ ਅਸੀਂ ਸੁਣਾਉਣੀਆਂ, ਕੋਈ ਸਟੋਰੀ, ਕੋਈ ਪਿਕਚਰ ਤਾਂ ਨਹੀਂ ਬਣੀ ਵੀ ਆ ਸੁਣਾਤੀ ਕਹਾਣੀ। ਹੁਣ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੀ, ਹਰੀ ਸਿੰਘ ਨਲਵੇ ਦੀ ਕਹਾਣੀ ਅਸੀਂ ਆਪਣੇ ਬੱਚਿਆਂ ਨੂੰ ਸੁਣਾਉਣੇ ਆ? ਮੇਰੇ ਹਿਸਾਬ ਨਾਲ ਨਹੀਂ ਸੁਣਾਉਣੇ, ਕਿਉਂਕਿ ਬੱਚੇ ਨੂੰ ਹਜੇ ਤੱਕ ਇੰਨਾ ਹੀ ਨਹੀਂ ਪਤਾ ਹੁੰਦਾ ਕਿ ਵੀ ਗੁਰੂ ਘਰ ਆਣਾ ਕਿੱਦਾਂ ਆ, ਗੁਰੂ ਘਰ ਆਣ ਕੇ ਬੈਠਣਾ ਕਿੱਦਾਂ ਆ, ਗੁਰੂ ਸਾਹਿਬ ਘਰ ਆਣ ਕੇ ਚੌਰ ਸਾਹਿਬ ਕਿੱਦਾਂ ਕਰਨਾ, ਲੰਗਰ ਕਿੱਦਾਂ ਵਰਤਣਾ ਸੀ। ਇਹ ਬੁਨਿਆਦੀ ਚੀਜ਼ਾਂ ਬੱਚਿਆਂ ਨੂੰ ਸਿਖਾ ਦਈਏ ਵੀ ਪੁੱਤ ਗੁਰਦੁਆਰੇ ਜਾਣਾ ਹੈ ਨਾ, ਤੇ ਗੁਰਦੁਆਰੇ ਸਭ ਤੋਂ ਪਹਿਲਾਂ ਜੋੜੇ ਝਾੜਨੇ ਆ, ਜੋੜੇ ਝਾੜ ਕੇ ਆਪਣਾ ਜੋੜਾ ਰੱਖਣਾ ਹੈ, ਪੈਰ ਸਾਫ਼ ਕਰਕੇ ਲੰਗਰਾਂ ਦੀ ਸੇਵਾ ਕਰਨੀ ਹੈ। ਲੰਗਰਾਂ ਦੀ ਸੇਵਾ ਫਿਰ ਇਸ ਤਰ੍ਹਾਂ ਕਰਨੀ ਹੈ, ਫਿਰ ਗੁਰੂ ਘਰ ਅੰਦਰ ਜਾਣਾ ਤੇ ਚੌਰ ਸਾਹਿਬ ਜੀ ਦੀ ਸੇਵਾ ਏਦਾਂ ਕਰਨੀ ਹੈ, ਦੇਗ ਏਦਾਂ ਛਕੀਦੀ ਹੈ, ਔਰ ਗੁਰੂ ਘਰ ਆਣ ਕੇ ਏਦਾਂ ਬੈਠੀਦਾ। ਇਹ ਬੁਨਿਆਦੀ ਚੀਜ਼ਾਂ ਸੀ ਆਪਣੇ ਬੱਚਿਆਂ ਨੂੰ ਦੱਸੀ, ਨਹੀਂ ਤੇ ਆਉਣ ਵਾਲਾ ਸਮਾਂ ਜਿਹੜਾ ਜਿਸ ਤਰ੍ਹਾਂ ਅਸੀਂ ਭੁੱਲਦੇ ਜਾਂਦੇ ਹਾਂ ਨਾ, ਤੇ ਬੱਚਿਆਂ ਨੇ ਤੇ ਭੁੱਲਣਾ ਹੀ ਭੁੱਲਣਾ। ਹਰੀ ਸਿੰਘ ਨਲਵਾ, ਨਲਵਾ ਕਿਉਂ ਨਾ ਪਿਆ ਸੀ ਉਹਨਾਂ ਦਾ? ਨਲਵੇ ਦਾ ਮਤਲਬ ਹੁੰਦਾ ਸ਼ੇਰ, ਬੱਬਰ ਸ਼ੇਰ। ਮੈਂ ਬੇਨਤੀ ਜ਼ਰੂਰ ਕਰੂੰਗਾ, ਸਮਾਂ ਬੜਾ ਥੋੜਾ ਜਿਹਾ ਆਪਣੇ ਕੋਲ, ਫਿਰ ਉਸ ਤੋਂ ਬਾਅਦ ਕੀਰਤਨ ਦੀ ਹਾਜ਼ਰੀ ਸਾਡੇ ਸਤਿਕਾਰਯੋਗ ਵੀਰ ਜੀ ਨੇ ਲਾਣੀ ਹੈ, ਜਿਨ੍ਹਾਂ ਨੇ ਵੀ ਚਾਹ ਪਾਣੀ ਦਾ ਲੰਗਰ ਛਕਿਆ, ਜਿਨ੍ਹਾਂ ਮਨੋਰਥ ਵਾਸਤੇ ਆਪਾਂ ਜੀ ਇਕੱਠੇ ਹੋਏ ਆ, ਘੱਟੋ ਘੱਟ ਉਹ ਮਨੋਰਥ ਪੂਰੇ ਕਰ ਲਈ ਆਪਾਂ। ਜਿਨ੍ਹਾਂ ਨੇ ਚਾਹ ਪਾਣੀ ਦਾ ਲੰਗਰ ਛਕਿਆ, ਉੱਪਰ ਆਣ ਦੀ ਗੁਰੂ ਸਾਹਿਬ ਜੀ ਦੇ ਦਾਤਿਆਂ ਦੀ ਕਿਰਪਾਲਤਾ ਕਰ ਰਹੋ ਵਿਚਾਰ। ਸ਼ੇਰ ਦਾ ਭਾਵ ਹੈ ਹਰੀ ਨਲਵਾ। ਰਣਜੀਤ ਸਿੰਘ ਜੀ ਨਾਲ ਜਥਾ ਜਾ ਰਿਹਾ ਹੈ, ਜਥੇ ਦੇ ਨਾਲ ਹਰੀ ਸਿੰਘ ਜੀ ਵੀ ਨੇ। ਅੱਗੋਂ ਬੱਬਰ ਸ਼ੇਰ ਆ ਗਿਆ ਹੈ, ਕਹਿੰਦੇ ਹਰੀ ਸਿੰਘ ਇੰਨੇ ਦਲੇਰ ਸਨ, ਇੰਨੇ ਪਾਵਰਫੁਲ ਸਨ, ਇੰਨੇ ਉਹਨਾਂ ਦੀ ਸ਼ਕਤੀ ਸੀ ਵੀ ਸ਼ੇਰ ਦਾ ਸਾਹਮਣਾ ਕੀਤਾ। ਕਹਿੰਦੇ ਸ਼ੇਰ ਦਾ ਜਬਾੜਾ ਫੜ ਕੇ ਸ਼ੇਰ ਨੂੰ ਢਹਿ ਢੇਰੀ ਕਰਤਾ, ਜਬਾੜਾ ਫੜ ਕੇ ਉਹਨਾਂ ਦਾ ਚੀਰ ਦਿੱਤਾ ਸੀ। ਇਹ ਜਦੋਂ ਦੇਖਿਆ ਮਹਾਰਾਜਾ ਰਣਜੀਤ ਸਾਹਿਬ ਜੀ ਨੇ, ਜਦੋਂ ਤੱਕਿਆ ਕਿ ਵੀ ਇੱਕ ਸਿੰਘ ਨੇ, ਇੱਕ ਸ਼ੇਰ ਦਾ, ਇੱਕ ਸਿੰਘ ਨੇ ਦੂਜੇ ਸਿੰਘ ਦਾ ਮੁਕਾਬਲਾ ਕਰਕੇ, ਦੂਜੇ ਚੜ੍ਹਦੀ ਕਲਾ ਵਾਲੇ ਸ਼ੇਰ ਨੇ, ਸਿੰਘ ਨੇ ਸ਼ੇਰ ਦਾ ਮੁਕਾਬਲਾ ਕੀਤਾ, ਤੇ ਫਿਰ ਉਸ ਤੋਂ ਉਹਨਾਂ ਦਾ ਨਾਂ ਪੈ ਗਿਆ ਹਰੀ ਸਿੰਘ ਨਲੂਆ।
ਔਰ 90 ਨਾਲ ਇੰਨੇ ਫੇਮਸ ਹੋਏ ਸੀ ਜਿਸ ਤਰ੍ਹਾਂ ਅੱਜ ਆਪਾਂ ਆਪਣੇ ਬੱਚਿਆਂ ਨੂੰ ਆਪਾਂ ਸਵਾਉਨੇ ਆ ਨਾ, ਸੋ ਜਾ ਬੱਚਾ ਮਾਊ ਬਿੱਲੀ ਆ ਜੂਗੀ, ਸੋ ਜਾ ਬੱਚਾ ਮਾਊ ਬਿੱਲੀ ਆ ਜੂਗੀ, ਆਪਾਂ ਡਰੋਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਨਾਲ। ਅਫਗਾਨਿਸਤਾਨ ਦੀ ਧਰਤੀ ਤੇ, ਉਸ ਧਰਤੀ ਨੂੰ ਅਫਗਾਨਿਸਤਾਨ ਦर्रा खैबर जगह आ, उस धरती ਨੂੰ ਅੱਜ ਤੱਕ ਕੋਈ ਵੀ ਜਿੱਤ ਨਹੀਂ ਸਕਿਆ, ਸੰਸਾਰ ਤੇ ਕੋਈ ਨਹੀਂ ਜਿੱਤ ਸਕਿਆ, कोई भी ऐसा योद्धा नहीं जित सकिया, सिर्फ हरि सिंह नलवा महाराजा रणजीत सिंह ने वो जो दर्रा खैबर सी ना उस अफगानिस्तान ते जित प्राप्त की है। सुनन विच आया है, पढ़न विच भी आया कि अमेरिका दी जिहड़ी व्हाइट हाउस है उत्थे एक स्टैचू तैयार करना सी, और संसार दा जिहड़ा सब तो जिहड़ा उत्तम योद्धा, संसार दा सब तो जिहड़ा श्रेष्ठ योद्धा सी, उहदे विच हरि सिंह नलवे दा ना आया, ਉਹਦਾ ਉੱਥੇ ਸਟੈਚੂ ਬਣਨਾ ਸੀ। ਸਾਡੀਆਂ ਸਰਕਾਰਾਂ ਨੇ, ਦਰਬਾਰਾਂ ਨੇ ਕਿਤੇ ਇਹ ਲੱਗਣੋਂ ਮਨਾ ਕਰ ਦਿੱਤਾ, ਉਹ ਬੰਦ ਕਰ ਦਿੱਤਾ, ਕਿਤੇ ਸਰਦਾਰਾਂ ਦੀ ਚੜ੍ਹਾਈ ਨਾ ਹੋ ਜਾਏ, ਸਿੱਖਾਂ ਦੀ ਸਿੰਘਾਂ ਦੀ ਚੜ੍ਹਾਈ ਨਾ ਹੋ ਜਾਏ, ਉਹ ਲੱਗਣਾ ਹੀ ਬੰਦ ਕਰ ਦਿੱਤਾ। ਸਰਕਾਰਾਂ ਨੇ ਐਸੀਆਂ ਪਟੀਸ਼ਨਾਂ ਪਾਤੀਆਂ, ਉਹ ਹਰੀ ਸਿੰਘ ਨਲਵੇ ਦਾ ਜਿਹੜਾ ਸਟੈਚੂ ਲੱਗਣਾ ਸੀ ਯੋਧੇ ਦਾ ਅਮਰੀਕਾ ਵਿੱਚ, ਉਹ ਲੱਗਣੋਂ ਬੰਦ ਕਰ ਦਿੱਤਾ। ਰਹੋ ਵਿਚਾਰ, ਜਦੋਂ ਮਾਵਾਂ ਆਪਣੇ ਬੱਚਿਆਂ ਨੂੰ ਅਫਗਾਨਿਸਤਾਨ ਵਿੱਚ ਸਵਾਉਂਦੀਆਂ ਸੀ ਨਾ, ਡਰਾਉਂਦੀਆਂ ਸੀ, ਤੇ ਉਹ ਤਖੱਲਸ ਰੱਖਿਆ ਸੀ, ਸੋ ਜਾ ਬੱਚਾ ਨਲੂਆ ਆ ਜਾਏਗਾ, ਸੋ ਜਾ ਅੱਖ ਲਾਲਾ ਬੱਚਾ ਨਲੂਆ ਆ ਜਾਏਗਾ, ਐਸਾ ਡਰ ਸੀ। ਹੁਣ ਅੱਜ ਅਸੀਂ ਜੈਸੀਆਂ ਅਸੀਂ ਆਪਣੇ ਬੱਚਿਆਂ ਨੂੰ ਸਟੋਰੀਆਂ ਸੁਣਾਉਣੀਆਂ ਆ, ਤੇ ਵੈਸੇ ਹੀ ਸਾਡੇ ਬੱਚੇ ਗਾਂਹ ਵੱਡੇ। ਅੱਜ ਸਾਡੇ ਪਰਉਪਕਾਰ, ਅੱਜ ਸਾਡੀ ਕੌਮ ਵਿੱਚ ਦਿਆਲੁਤਾ ਕਿਸ ਕਰਕੇ ਹੈ, ਬਾਕੀ ਧਰਮਾਂ ਵਿੱਚ ਕਿਉਂ ਨਹੀਂ ਹੈ? ਅੱਜ ਅਸੀਂ 3-4% ਸੰਸਾਰ ਤੇ ਹਾਂ, ਫਿਰ ਵੀ ਪੂਰੇ ਸੰਸਾਰ ਤੇ ਸਾਡਾ ਸਿੱਖ ਕੌਮ ਦਾ ਨਾਨਕ ਨਾਮ ਲੈਵੇ ਸਿੱਖ ਦਾ ਦਬਦਬਾ ਹੈ, ਸਰਦਾਰੀ ਹੈ। ਖਾਸ ਕਰਕੇ ਮਾਵਾਂ ਨੂੰ ਬੇਨਤੀ ਇਹ ਵੇ ਕਿ ਵੀ ਜਿਹੜੇ ਯੋਧੇ ਆ ਨਾ, ਸਿੱਖ ਯੋਧੇ ਨੇ, ਆਪਣਾ ਗਿਆਨ ਵੀ ਵਧੇਗਾ ਤੇ ਬੱਚਿਆਂ ਦਾ ਗਿਆਨ ਵੀ ਵਧੇਗਾ। ਇਹਨਾਂ ਨੂੰ ਸਟੋਰੀਆਂ ਸੁਣਾਇਆ ਕਰੋ। ਅੱਜ ਕੱਲ ਬੜਾ ਹੀ ਮਟੀਰੀਅਲ YouTube ਤੇ ਇਹਨਾਂ ਤੇ ਸਭ ਚੀਜ਼ ਤੇ ਪਿਆ, ਤੁਸੀਂ ਖੋਜੋ ਤੇ ਸਰੀ ਕਹਾਣੀਆਂ, ਟਵਿੰਕਲ ਟਵਿੰਕਲ ਲਿਟਲ ਸਟਾਰ ਵਾਲੀਆਂ ਕਹਾਣੀਆਂ ਛੱਡੋ, ਯੋਧਿਆਂ ਦੀਆਂ ਕਹਾਣੀਆਂ ਸੁਣਾਓ। ਫਿਰ ਤੇ ਸਾਡੀ ਜਿਹੜੀ ਪਰੰਪਰਾ ਹੈ ਨਾ, ਸਾਡੀ ਜਿਹੜੇ ਸਾਡੇ ਖੂਨ ਵਿੱਚ ਜੋਸ਼ੀਲਾਪਨ ਹੈ। मैं इतिहास पढ़ रहा सी, यूपी बिहार चले जाओ, MP चले जाओ, इधर गांव वधदे जाओ, जिहड़े ज्ञानवान है, जिहड़े बुद्धिमान है, उन्होंने विद्वाना ने एक सिट्टा कढ़िया आया भी जिहड़ा पंजाब है ना, ये मेहनती क्यों है, इन्हां दे खून विच बड़ा तेजीपन क्यों है, ये जुझारू क्यों है, ਇਹ ਹਿੰਮਤ ਕਿਉਂ ਨਹੀਂ ਹਾਰਦੇ? ਉਹਨਾਂ ਨੇ ਸਿੱਟਾ ਇਹ ਕੱਢਿਆ ਕਿ ਵੀ ਜਿਹੜੇ ਯੂਪੀ ਬਿਹਾਰ ਦੇ ਜਿਹੜੇ ਇੱਧਰ ਦੇ ਲੋਕ ਹੈ, ਇਹਨਾਂ ਨੇ ਇੰਨਾ ਤਸੱਦਦ ਨਹੀਂ ਚੱਲਿਆ। ਸਭ ਤੋਂ ਜ਼ਿਆਦਾ ਅੱਜ ਤੱਕ ਸਟਿਲ ਅੱਜ ਜਿਹੜਾ ਪੰਜਾਬ ਹੈ ਔਰ ਪੰਜਾਬੀਅਤ ਆ, ਅੱਜ ਤੱਕ ਤਸੱਦਦ ਚੱਲ ਰਿਹਾ ਹੈ। ਪਾਕਿਸਤਾਨ ਤੋਂ ਜਿੰਨੇ ਵੀ ਆਕਰਮਣ ਹੋਏ ਨੇ, ਜਿੰਨੇ ਵੀ ਯੁੱਧ ਹੋਏ ਨੇ, ਉਹ ਸਾਰੇ ਇੱਧਰੋਂ ਅਫਗਾਨਿਸਤਾਨ ਤੋਂ ਮੁਗਲ ਬਾਦਸ਼ਾਹ ਆਇਆ ਹੈ। ਸਭ ਤੋਂ ਜ਼ਿਆਦਾ ਟਾਕਰਾ ਸਿੱਖਾਂ ਨੇ ਕੀਤਾ, ਪੰਜਾਬੀਆਂ ਨੇ ਕੀਤਾ, ਪੰਜਾਬੀ ਵਾਸੀ ਨੇ ਕੀਤਾ। ਸਭ ਤੋਂ ਜ਼ਿਆਦਾ ਤਸੱਦਦ ਵੀ ਪੰਜਾਬੀਆਂ ਨੇ ਸਾਇਆ ਔਰ ਸਹਿੰਦੇ ਨੇ, ਔਰ ਆਕੜ ਕੇ ਸਾਰੇ ਸਾਹਮਣੇ ਆਪਣੇ ਸੀਨੇ ਤੇ ਲੈਂਦੇ ਨੇ। ਇਸ ਕਰਕੇ ਇਹਨਾਂ ਦਾ ਜਿਹੜਾ ਸਰੀਰ, ਇਹਨਾਂ ਦੀ ਬਿਰਤੀ ਹੈ ਜਿਹੜੀ, ਉਹ ਜੁਝਾਰੂ ਹੈ। ਉਸ ਬੰਦੇ ਨੇ ਬੜਾ ਸੋਹਣਾ ਵਿਚਾਰ ਰੱਖਿਆ ਆਪਣਾ, ਔਰ ਇਹ ਕਿੱਦਾਂ ਬਣੇਗਾ? ਜਦੋਂ ਸੱਚੀ ਪ੍ਰੀਤ ਅਸੀਂ ਗੁਰੂ ਸਾਹਿਬ ਜੀ ਨਾਲ ਜੋੜਾਂਗੇ। ਜਿਸ ਤਰ੍ਹਾਂ ਭਗਤ ਰਵਿਦਾਸ ਸਾਹਿਬ ਜੀ ਨੇ ਸੱਚੀ ਪ੍ਰੀਤ ਗੁਰੂ ਨਾਲ ਜੋੜੀ ਹੈ, ਉਹ ਪ੍ਰੀਤ ਗੁਰੂ ਨਾਲ ਜੁੜੇਗੀ ਤੇ ਸਾਡੀ ਆਸ਼ਕੀ ਗੁਰੂ ਨਾਲ ਪਵੇਗੀ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਹੁਣ ਇਹਦਾ ਭਾਵ ਇਹ ਵੀ ਹੈ ਕਿ ਵੀ ਸੰਸਾਰ ਵਿੱਚ ਝੂਠੀ ਪ੍ਰੀਤ ਵੀ ਹੈ। ਤੁਮ ਸਿਓ ਜੋਰ ਅਵਰ ਸੰਗ ਤੋਰੀ,
ਹੁਣ ਇਹ ਵੀ ਕਹਤਾ ਰੱਬ ਭਗਤ ਜੀ ਨੇ ਵੀ ਤੇਰੇ ਨਾਲ ਜਦੋਂ ਪਰਮਾਤਮਾ ਮੈਂ ਜੋੜ ਲਈ ਤੇ ਬਾਕੀ ਸਾਰੇ ਨਾਲ ਮੈਂ ਤੋੜ ਲਈ। ਤੇ ਗੁਰੂ ਸਾਹਿਬ ਜੀ ਹੋਰ ਵੀ ਹਾਮੀ ਭਰਦੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਹੁਣ ਇੱਕ ਪਾਸੇ ਕਹਿ ਰਹੇ ਸਾਚੀ ਪ੍ਰੀਤ ਮੈਂ ਹਮ ਤੁਮ ਸਿਓ ਜੋਰੀ, ਤੇ ਦੂਜੇ ਪਾਸੇ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਵੀ ਜਗਤ ਮੈਂ ਝੂਠੀ ਦੇਖੀ ਪ੍ਰੀਤ। ਹੁਣ ਕਿਸ ਕਿਸ ਤਰੀਕੇ ਨਾਲ ਉਹ ਭਗਤ ਜੀ ਨੇ ਗੁਰੂ ਸਾਹਿਬ ਜੀ ਨਾਲ ਪ੍ਰੀਤ ਜੋੜੀ ਹੈ, ਉਸ ਦਾ ਵੀ ਵਿਖਿਆਨ ਗੁਰੂ ਸਾਹਿਬ ਜੀ ਭਗਤ ਜੀ ਕਰਦੇ ਨੇ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜੋ ਤੁਮ गिरवर तो हम मोरा। ਭਗਤ ਜੀ ਦੀ ਪ੍ਰੀਤ ਹੈ, ਉਹ ਆਪਣੀ ਅੰਦਰ ਦੀ ਜਿਹੜੀ ਭਾਵਨਾ ਨੂੰ ਵਿਅਕਤ ਕਰਦੇ ਨੇ। ਕਹਿੰਦੇ ਪਰਿਪੂਰਨ ਪਰਮਾਤਮਾ ਤੇਰੇ ਨਾਲ ਐਸੀ ਪ੍ਰੀਤ ਹੈ। ਕਹਿੰਦੇ ਜੋ ਤੁਮ गिरवर तो हम मोरा। ਕਹਿੰਦੇ हे ਪਰਿਪੂਰਨ ਪਰਮਾਤਮਾ, ਜੇ ਅਗਰ ਤੂੰ ਇਹ ਵੱਡੇ ਵੱਡੇ ਪਹਾੜ ਆ ਨਾ, ਵੱਡੇ ਵੱਡੇ ਪਰਬਤ ਆ, गिरवर ਆ, गिरवर ਦਾ ਭਾਵ ਪਰਬਤ, ਤੇ ਮੈਂ ਮੋਰਾ ਬਣ ਜਾਵਾਂ, ਮੈਂ ਮੋਰ ਬਣ ਜਾਵਾਂ। ਜੋ तुम गिरवर तो हम मोरा, जो तुम चंद तो हम भये हैं चकोरा। अगर तू चंद्रमा बनता है ना, तो मैं चकोर बन जावां। चंद ते चकोर दी जिस तरह प्रीत है। हुण मोर आ, मोर बबीहे बोल दे देख बदल काले। ਹੁਣ ਜਿਹੜਾ ਮੋਰ ਹੈ, ਜਦੋਂ ਬੱਦਲ ਛਾਂਦੇ ਤੇ ਪਹਾੜੀਆਂ ਤੇ ਘਟਾਵਾਂ ਛਾਂਦੀਆਂ ਤੇ ਉਹ ਬੋਲਦਾ ਹੈ, ਉਹ ਆਪਣੀ ਪੁਕਾਰ ਬੋਲਦਾ ਹੈ। ਕਹਿੰਦੇ ਜੋ ਤੁਮ ਚੰਦ ਤੋਂ ਹਮ ਚਕੋਰਾ, ਅਗਰ ਤੂੰ ਚੰਦਰਮਾ ਹੈ ਨਾ ਤੇ ਮੈਂ ਚਕੋਰ ਬਣ ਜਾਵਾਂ। ਐਸੀ ਪ੍ਰੀਤ ਭਗਤ ਜੀ ਦੀ ਪਰਿਪੂਰਨ ਪਰਮਾਤਮਾ ਨੇ ਬਣਾਈ। ਕਿਤੇ ਐਸੀ ਪ੍ਰੀਤ ਸਾਡੀ ਵੀ ਪਰਿਪੂਰਨ ਪਰਮਾਤਮਾ ਨਾਲ ਬਣ ਜੇ। ਸਾਡੀ ਬਣੇਗੀ ਤੇ ਗਾਂ ਬੱਚਿਆਂ ਦੀ ਬਣੇਗੀ। ਸਾਧ ਸੰਗਤ ਜੀ, ਅਸੀਂ ਅਵੇਸਲੇ ਨਾ ਹੋਈਏ। ਬਹੁਤ ਚੰਗੀ ਗੱਲ ਆ ਵੀ ਗੁਰੂਆਂ ਦੇ ਚਰਨਾਂ 'ਚ ਆਣ ਕੇ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਆ। ਇਹਨਾਂ ਦਾ ਮਨੋਰਥ ਇਹ ਹੈ ਕਿ ਵੀ ਬੱਚਿਆਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਿਆ ਜਾਵੇ, ਗੁਰੂ ਦੀ ਪ੍ਰੀਤ ਨਾਲ ਜੋੜਿਆ ਜਾਵੇ। ਆਪ ਵੀ ਜੁੜੀਏ ਤਾਂ ਅਸੀਂ ਸਾਰਿਆਂ ਨੂੰ ਜੋੜੀਏ। ਆਪ ਜਪੈ ਅਵਰੈ ਨਾਮ ਜਪਾਵੇ, ਜੋ ਗੁਰੂ ਸਾਹਿਬ ਜੀ ਨੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਹੈ। ਮਨੁੱਖ ਇਹ ਬਾਣੀ ਨੂੰ ਆਪ ਜਪਣਾ ਹੈ, ਆਪ ਜਪ ਕੇ, ਆਪ ਕੰਠ ਕਰਕੇ, ਆਪ ਹਿਰਦੇ ਵਿੱਚ ਧਾਰਨ ਕਰਕੇ, ਤੇ ਨਾਲ ਜਿਹੜਾ ਆਪਣਾ ਸੰਗੀ ਹੈ ਨਾ, ਉਹਨੂੰ ਵੀ ਦੱਸਣਾ। ਸੰਗੀ ਸਾਥੀ ਸਭ ਲਤਾਰਾਈ। ਇਹ ਨਾ ਹੋਵੇ ਕਿ ਵੀ ਗੁਰਬਾਣੀ ਐਸੀ ਹੈ